जी, की हाल है जी? मैं रमन ਸਕੋਪ ਅਕੈਡਮੀ ਗੁਰਦਾਸਪੁਰ ਕਲਾਸ 10th ਦੇ ਲਈ ਅਗਲਾ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ। ਦੇਖੋ ਬੱਚਾ, ਅਸੀਂ ਫਿਜ਼ਿਕਸ ਸ਼ੁਰੂ ਕੀਤੀ ਸੀ। ਫਿਜ਼ਿਕਸ ਦਾ ਦੂਸਰਾ ਯੂਨਿਟ ਚੱਲ ਰਿਹਾ। ਯੂਨਿਟ ਦਾ ਨਾਮ ਸੀ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ, ਜਿਹਦੇ ਵਿੱਚ ਅਸੀਂ 3 ਤੋਂ 4 ਲੈਕਚਰ ਸ਼ਾਇਦ ਲਗਾ ਚੁੱਕੇ ਹਾਂ। ਉਹ ਮੈਂ ਕਾਫੀ ਆਰਾਮ ਦੇ ਨਾਲ ਉਹ ਲੈਕਚਰ ਸਟਾਰਟ ਕੀਤੇ ਸੀ, ਆਰਾਮ ਨਾਲ ਕੰਪਲੀਟ ਕੀਤੇ, ਔਰ ਹੋਪ ਸੋ ਤੁਸੀਂ ਉਹ ਮੇਰੇ ਲੈਕਚਰ ਆਰਾਮ ਨਾਲ ਦੇਖੇ ਵੀ ਹੋਣਗੇ। ਸਿਰਫ ਰਿਕੁਆਇਰਮੈਂਟ ਹੈ, ਤੇ ਰਿਕੁਆਇਰਮੈਂਟ ਹੈ ਇਸ ਚੀਜ਼ ਨੂੰ ਸਮਝਣ ਦੀ ਕਿ ਮਟੀਰੀਅਲ ਅਸੀਂ ਸਾਰਾ ਹੀ ਕੰਪਲੀਟ ਪੜ੍ਹਦੇ ਪਏ ਹਾਂ, ਪਰ ਕਿਆ ਇਹ ਮਟੀਰੀਅਲ ਸਾਡੀ ਕਲਾਸ ਲਈ ਸਫੀਸ਼ੀਐਂਟ ਹੈ? ਕਿਆ ਮੈਂ ਸਿਲੇਬਸ ਵਿੱਚ ਜੋ ਸਰ ਕਰਵਾ ਰਹੇ ਨੇ ਉਹ ਮੇਰਾ ਕੰਪਲੀਟ ਹੈ? ਵੱਧ ਤੇ ਨਹੀਂ, ਘੱਟ ਤੇ ਨਹੀਂ? ਇਸ ਤਰ੍ਹਾਂ ਦੀ ਕੁਝ ਪ੍ਰੋਬਲਮ ਸਟੂਡੈਂਟਸ ਦੀਆਂ ਹੋ ਸਕਦੀਆਂ। ਦੇਖੋ ਬੇਟਾ, ਸਾਡਾ ਮਟੀਰੀਅਲ ਜਿਹੜਾ ਸਾਡੀ ਕਲਾਸ ਨੂੰ ਲੈ ਕੇ ਆ, ਚਾਹੇ ਉਹ ICSE ਬੋਰਡ ਹੈ, ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਚਾਹੇ CBSE ਬੋਰਡ ਹੈ, ਹਰੇਕ ਬੋਰਡ ਦੇ ਵਿੱਚ NCERT ਐਫੀਲੀਏਟਡ ਬੁੱਕਸ ਹੀ ਚੱਲਦੀਆਂ ਪਈਆਂ ਨੇ। NCERT ਦਾ ਹੀ ਮਟੀਰੀਅਲ ਚੱਲਦਾ ਪਿਆ, ਔਰ ਇਹ ਜਿਹੜੀਆਂ ਬੁੱਕਸ ਨੇ ਇਹਨਾਂ ਦੇ ਵਿੱਚ ਜੋ ਵੀ ਮਟੀਰੀਅਲ ਦਿੱਤਾ ਵਾ ਪੜ੍ਹਾਈ ਦਾ ਕਿਸੇ ਇੱਕ ਟੌਪਿਕ ਨੂੰ ਲੈ ਕੇ, ਉਹਦੇ ਆਲੇ ਦੁਆਲੇ ਦੀ ਹਰੇਕ ਚੀਜ਼ ਮੇਰੇ ਵੱਲੋਂ ਕਰਵਾਈ ਜਾਂਦੀ ਹੈ। ਮੇਰੇ ਪੜ੍ਹਾਉਣ ਦੇ ਇੱਕ ਤਰੀਕੇ ਵਿੱਚ ਸਭ ਤੋਂ ਖਾਸ ਗੱਲ ਜਿਹੜੀ ਮੈਨੂੰ ਲੱਗਦੀ ਆ ਕਿ ਹੋਣੀ ਚਾਹੀਦੀ ਆ, ਉਹ ਹੈ ਵਾ ਕਿ ਟੌਪਿਕ ਨਾਲ ਜੁੜਿਆ ਹੋਇਆ ਬੇਸਿਕ ਕਨਸੈਪਟ, ਜਿਹਨੂੰ ਆਪਾਂ ਬੋਲਦੇ ਆ ਥੋਰੈਟੀਕਲ ਬੈਕਗਰਾਉਂਡ, ਲੌਜਿਕ, ਉਹ ਪਹਿਲਾਂ ਪਤਾ ਹੋਣੇ ਚਾਹੀਦੇ ਆ। ਆਪਾਂ ਇਹ ਚੀਜ਼ ਨੂੰ ਕਿਉਂ ਕਰਦੇ ਪਏ ਆ, ਕਿੱਥੇ ਯੂਜ਼ ਹੁੰਦੀ ਹੈ, ਇਹ ਪਤਾ ਹੋਣੀ ਚਾਹੀਦੀ ਹੈ। ਸਾਇੰਸ ਲਈ ਤਾਂ ਬਹੁਤ ਹੀ ਜ਼ਰੂਰੀ ਹੈ। ਔਰ ਉਹਦੇ ਤੋਂ ਵੀ ਬਾਅਦ, ਉਹਦੇ ਤੋਂ ਵੀ ਖਾਸ ਗੱਲ ਹੁੰਦੀ ਆ ਕਿਸੇ ਚੀਜ਼ ਨੂੰ ਬਿਲਕੁਲ ਹੀ ਸਿੰਪਲੀਫਾਈਡ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰ ਦੇਣਾ। ਕੋਸ਼ਿਸ਼ ਮੇਰੀ ਇਹੀ ਆ ਕਿ ਮੈਂ ਚੀਜ਼ ਨੂੰ ਬਿਲਕੁਲ ਸਿੰਪਲੀਫਾਈਡ ਤਰੀਕੇ ਨਾਲ ਰਿਪਰੈਜ਼ੈਂਟ ਕਰਾਂ, ਔਰ ਸਟੂਡੈਂਟ ਦੀ ਇੱਕ ਪੜ੍ਹਾਈ ਦੀ ਇੱਕ ਇਹੋ ਜਿਹੀ ਆਦਤ ਖਤਮ ਕਰਨ ਦੀ ਮੇਰੀ ਕੋਸ਼ਿਸ਼ ਹੈ ਕਿ ਉਹ ਲਗਾਤਾਰ ਕਰੈਮਿੰਗ ਕਰਨਾ ਬੰਦ ਕਰ ਦੇ। ਚੀਜ਼ ਨੂੰ ਸਮਝੋ, ਆਪਣੇ ਲਫ਼ਜ਼ਾਂ 'ਚ ਆਪਣੇ ਵਰਡਸ ਲਿਖੋ। ਮੈਂ ਵੈਸੇ ਨੋਟਸ ਦੇ ਰਿਹਾ, ਪਰ ਫਿਰ ਵੀ ਮੈਂ ਇਹਦੇ 'ਚ ਜ਼ਿਆਦਾ ਖੁਸ਼ ਹੋਵਾਂਗਾ ਕਿ ਨੋਟਸ ਤੁਹਾਡੇ ਦੁਆਰਾ ਬਣਾਏ ਜਾਣ। ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਕਿ ਨੋਟਸ ਖੁਦ ਬਣਾਏ ਕਰਦੇ ਆ। ਮੈਂ ਐਵਰੀ ਟਾਈਮ ਕਲਾਸ ਲਗਾਉਣਾ ਤੇ ਸਟਾਰਟਅਪ 'ਚ ਇਹੀ ਗੱਲ ਬੋਲਦਾ ਤੁਹਾਨੂੰ ਕਿ ਕਾਪੀ ਪੈਨ ਲੈ ਕੇ ਬੈਠਿਆ ਕਰੋ। ਮੇਰੇ ਦੁਆਰਾ ਬੋਲੀਆਂ ਗਈਆਂ ਕਾਫੀ ਸਾਰੀਆਂ ਗੱਲਾਂ ਵਾ ਜਿਹੜੀਆਂ ਮੈਂ ਲਿਖਾਉਂਦਾ ਨਹੀਂ, ਅਗਰ ਤੁਹਾਨੂੰ ਵਧੀਆ ਲੱਗਦੀਆਂ ਉਹਨੂੰ ਨੋਟ ਕਰ ਲਿਆ ਕਰੋ, ਠੀਕ ਹੈ ਨਾ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਬੈਨੀਫਿਟ ਤਾਂ ਹੀ ਦੇ ਸਕਦੀਆਂ ਨੇ ਅਗਰ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋਗੇ, ਸਮਝੋਗੇ ਤੇ ਐਗਜ਼ੀਕਿਊਟ ਕਰੋਗੇ, ਠੀਕ ਹੈ। ਸੋ ਜੇ ਕਾਪੀ ਪੈਨ ਨਹੀਂ ਰੱਖਿਆ ਤੇ ਰੱਖ ਲਓ। ਮੈਂ ਤੁਹਾਨੂੰ 1 ਮਿੰਟ ਦੇਣਾ, 1 ਮਿੰਟ ਦੇ ਵਿੱਚ ਲੈ ਆਓ ਆਪਣੇ ਕਾਪੀ ਪੈਨ। ਸੋ ਤੁਸੀਂ ਲੈਣ ਦੇ ਕਾਪੀ ਪੈਨ। ਚਲੋ, ਅਸੀਂ ਇਸ ਯੂਨਿਟ ਦੇ ਵਿੱਚ ਦੋ ਖਾਸ ਚੀਜ਼ਾਂ ਪੜ੍ਹ ਚੁੱਕੇ ਹਾਂ। ਪਹਿਲਾ ਪੜ੍ਹਿਆ ਸੀ ਕਿ ਇਲੈਕਟ੍ਰਿਕ ਕਰੰਟ ਦੇ ਪ੍ਰਭਾਵ ਕਰਕੇ ਮੈਗਨੈਟਿਕ ਫੀਲਡ ਪੈਦਾ ਹੁੰਦਾ ਹੈ, ਜੋ ਕਿ ਸਾਡੇ ਓਰੀਐਸਟਡ ਐਕਸਪੈਰੀਮੈਂਟ ਤੋਂ ਵੀ ਪ੍ਰੂਫ ਹੋਇਆ ਸੀ। ਦੂਸਰਾ ਸੀ, ਇਹਦਾ ਦੂਸਰਾ ਪਹਿਲੂ ਚੈਪਟਰ ਦਾ ਪੜ੍ਹਿਆ ਸੀ ਕਿ ਮੈਗਨੈਟਿਕ ਫੀਲਡ ਦੇ ਕਰਕੇ, ਮੈਗਨੈਟਿਕ ਫੀਲਡ ਦੇ ਚੇਂਜ ਹੋਣ ਦੇ ਨਾਲ ਇਲੈਕਟ੍ਰਿਕ ਕਰੰਟ ਪੈਦਾ ਹੁੰਦਾ, ਯਾਨੀ ਕਿ ਇਲੈਕਟ੍ਰਿਕ ਕਰੰਟ ਮੈਗਨੈਟਿਕ ਫੀਲਡ ਪੈਦਾ ਕਰਦਾ, ਮੈਗਨੈਟਿਕ ਫੀਲਡ ਇਲੈਕਟ੍ਰਿਕ ਕਰੰਟ ਪੈਦਾ ਕਰਦਾ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ, ਅੱਜ ਦਾ ਟੌਪਿਕ ਹੈਗਾ ਤੁਹਾਡਾ ਸੋਲੇਨੋਇਡ। ਸੋਲੇਨੋਇਡ ਕੀ ਹੈ, ਕੀ ਰੋਲ ਹੈ ਇਹਦਾ, ਕਿੱਥੇ ਯੂਜ਼ ਹੋ ਰਿਹਾ, ਕੀ ਬੈਨੀਫਿਟ ਹੈ, ਇਹਦੀ ਗੱਲ ਕਰਦੇ ਹਾਂ। ਦੇਖੋ ਬੇਟਾ, ਅਸੀਂ ਬਾਰ ਮੈਗਨੇਟ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੇ ਕੋਲ ਮੈਗਨੇਟ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤੇ ਹੁੰਦੀ ਹੈ ਪਰਮਾਨੈਂਟ ਮੈਗਨੇਟ, ਹਾਂਜੀ, ਪਰਮਾਨੈਂਟ ਮੈਗਨੇਟ, ਉਹ ਮੈਗਨੇਟ ਜੋ ਕਿ ਹਮੇਸ਼ਾ ਵਾਸਤੇ ਆਪਣਾ ਇੱਕ ਮੈਗਨੈਟਿਕ ਫੀਲਡ ਬਣਾਉਂਦੀ ਹੈ। ਬਾਰ ਮੈਗਨੇਟ ਦੇ ਨਾਰਥ ਪੋਲ ਦੇ ਵਿੱਚੋਂ ਮੈਗਨੈਟਿਕ ਫੀਲਡ ਲਾਈਨ ਨਿਕਲਦੀ ਹੈ, ਸਾਊਥ ਪੋਲ 'ਚ ਐਂਟਰ ਕਰਦੀ ਹੈ, ਨਾਰਥ ਪੋਲ 'ਚੋਂ ਨਿਕਲਦੀ ਹੈ, ਸਾਊਥ ਪੋਲ 'ਚ ਐਂਟਰ ਕਰਦੀ ਹੈ, ਨਾਰਥ ਪੋਲ 'ਚੋਂ ਨਿਕਲਦੀ ਹੈ, ਸਾਊਥ ਪੋਲ 'ਚ ਐਂਟਰ ਕਰਦੀ ਹੈ, ਔਰ ਸਾਊਥ ਪੋਲ 'ਚੋਂ ਜਾ ਕੇ ਨਾਰਥ ਪੋਲ ਦੇ ਵਿੱਚ ਕੰਟੀਨਿਊ ਟਰੈਵਲ ਕਰਦੀ ਹੈ ਇਨਸਾਈਡ। ਯਾਨੀ ਕਿ ਬਾਹਰੋਂ ਜਿਹੜਾ ਉਹ ਟਰੈਵਲ ਕਰਦੀ ਹੈ ਉਹ ਨਾਰਥ ਤੋਂ ਸਾਊਥ ਕਰਦੀ ਹੈ, ਔਰ ਇਨਸਾਈਡ ਦਾ ਮੈਗਨੇਟ
ट्रैवल करती है साउथ टू नॉर्थ। ठीक है, ऐसी जैसी पहला भी पढ़ चुके हैं बार मैगनेट का मैग्नेटिक फील्ड। हुण गल आती है सोलेनॉइड की। तुहानू याद है मैं तुहानू एक सर्कुलर कोयल दे करके मैग्नेटिक फील्ड जो प्रोड्यूस्ड हुंदा ਉਹਦੇ बारे गल कीती सी कि ਉਹਦਾ मैग्नेटिक फील्ड अगर मान लो ਤੁਹਾਡਾ ਇਹ डायरेक्शन है करंट दी, एक करंट कैरिंग कोयल है जो कि सर्कुलर इन शेप है और ਇਹਦੇ ਚ करंट की डायरेक्शन इस साइड ਨੂੰ है ਤੇ इस डायरेक्शन होने करके ਇਹ वाला ਜਿਹੜਾ ਉੱਪਰ वाला साइड है ਇਹ नॉर्थ पोल की तरह बिहेव करता। ठीक है, और ਇਹਦਾ मैग्नेटिक फील्ड किस तरह का प्रोड्यूस्ड होएगा, ਇਹਦਾ मैग्नेटिक फील्ड प्रोड्यूस होएगा लगभग किस तरह का, इस प्रकार का है ना, इस तरह इस तरह इस तरह। ठीक है, यही शेप है और सेंटर जो थोड़ा जा स्ट्रेट जो कि ना स्ट्रोंग नहीं। अगर मैं इतने कॉइल की गिनती बढ़ा दिया, जदों कॉइल्स की गिनती बढ़ जाएगी सर्कुलर कॉइल्स की गिनती इंक्रीज हो जाएगी कि उस वेले जो मैग्नेटिक फील्ड प्रोड्यूस होएगा उसकी डायरेक्शन कुछ इस प्रकार की होएगी और यह मैग्नेटिक फील्ड लगभग सिमिलर टू द मैग्नेटिक फील्ड ऑफ द बार मैग्नेट होएगा। मतलब कि जो बार मैग्नेट अपना मैग्नेटिक फील्ड शो करता पाया सी ऊपर वाली साइड नॉर्थ पोल की तरह और थल्ले वाली साइड साउथ पोल की तरह बिहेव करेगी। इट मीन्स एक बार मैग्नेट असी बना सकते हैं अगर असी एक पर्टिकुलर पैटर्न दे विच सर्कुलर रिंग्स नू अरेंज कर दी किसी भी कंडक्टर नू जो कि कंटीन्यूअसली रिंग फॉर्म दे विच एक इन्हू बोलते हैं हेलिक्स शेप, केड़ी शेप बोलते हैं हेलिक्स शेप बोलते हैं। सोलेनॉइड नू असी जर्मन भाषा का शब्द है इन्हू बोलते हैं पाइप लाइक शेप। सोले मतलब पाइप। अगर आप बहुत सारिया कंडक्टिव वायर्स सर्कुलर शेप जिस तरह कट्ठियां कर लेने, मैं तुहानू इस तरह कह सकदा, मान लो मेरे को एक कंडक्टिव वायर है सोलेनॉइड है वह किससे एक आइसोलेटेड स्ट्रक्चर दे आले दुआले जो कि एक प्योर मैग्नेटिक मटीरियल होना चाहिए उसके आले दुआले रिंग्स ऑफ द वायर कर देना, उसके आले दुआले वायर नू लपेट देना। ठीक है, और करंट नू अगर मैं इस दिशा दे विच मूव करवाना दैट इज इस साइड का ते ऊपर वाला हिस्सा नॉर्थ पोल और नीचे वाला हिस्सा साउथ पोल की तरह बिहेव करेगा और मैग्नेटिक फील्ड जो बनेगा वो मैग्नेटिक फील्ड सिमिलर टू, मैं फिर रिपीट करदा, सिमिलर टू बार मैग्नेट बने। सोलेनॉइड एक प्रकार की ताड़ी आर्टिफिशियल मैग्नेट है जिथे बार मैग्नेट ताड़ी परमानेंट मैग्नेट है ना। परमानेंट मैग्नेट का मतलब की होया ਇਹਦਾ मैग्नेटिक फील्ड फिक्स है और जदों तक भी रहेगी ਇਹਦਾ मैग्नेटिक फील्ड उसी तरह ही रहना फिक्स है, ਇਹਨੂੰ हटाया नहीं जा सकता, ਇਹਨੂੰ क्रिएट नहीं किया जा सकता। पर अगर मैं गल करदा सोलेनॉइड की तो बेटा सोलेनॉइड दे विच मैग्नेटिक फील्ड ਤੁਹਾਡਾ ना ते फिक्स है और खास गल ਆਪਾਂ ਇਹਨੂੰ क्रिएट कर सकते हैं, ਇਹਨੂੰ घटा सकते हैं, ਇਹਨੂੰ ਵਧਾ सकते हैं, जदों चाहिए बंद कर सकते हैं। मैग्नेटिक फील्ड या मैग्नेटिक फोर्स जो प्रोड्यूस्ड होंदी है ਉਹ ਤੁਹਾਡੀ करंट के उत्ते डिपेंड करे करती है। सोलेनॉइड के केस जिन्ना ज़्यादा तुसी करंट इस सर्कुलर कॉयल दे विचों दी पास आउट करोगे, जिन्ना करंट पास करोगे उन्ना ही ज़्यादा मैग्नेटिक फील्ड तुसी देखोगे। मैग्नेटिक फील्ड उसी बी दे नाल डिनोट करते हैं, कैपिटल बी। ठीक है, बी फॉर बैट। मैग्नेटिक फील्ड उन्ना ज़्यादा प्रोड्यूस होगा। सो फिर साडी सोलेनॉइड जो कि एक आर्टिफिशियल मैग्नेट है और एक बार मैग्नेट जो कि परमानेंट मैग्नेट है, ਇਹਦੇ ਵਿੱਚ डिफरेंस की आ रहा। सब तो पहला डिफरेंस ਤੇ ਹੈਗਾ मैग्नेटिक फील्ड ਦੀ स्ट्रेंथ ਨੂੰ ਲੈ ਕੇ। ਇਹਦੇ मैग्नेटिक फील्ड ਦੀ स्ट्रेंथ हमेशा एक कांस्टेंट वैल्यू रहेगी
जो भी मैगनेट है वो ਉਹਦੇ ਮਟੀਰੀਅਲ ਤੇ ਡਿਪੈਂਡ ਕਰੇਗੀ ਔਰ ਉਹ ਹਮੇਸ਼ਾ ਫਿਕਸ ਹੀ ਰਹੇਗਾ ਮੈਗਨੈਟਿਕ ਫੀਲਡ। ਜਦ ਕਿ ਸੋਲੇਨੋਇਡ ਦੇ ਕੇਸ ਵਿੱਚ ਇੱਕ ਬਹੁਤ ਫਲੈਕਸੀਬਲ ਚੀਜ਼ ਆ ਜਾਂਦੀ ਹੈ ਕਿ ਜੇ ਸਾਨੂੰ ਮੈਗਨੈਟਿਕ ਫੀਲਡ ਜ਼ਿਆਦਾ ਚਾਹੀਦਾ ਤੇ ਫਿਰ ਅਸੀਂ ਸੋਲੇਨੋਇਡ ਵਿੱਚੋਂ ਜ਼ਿਆਦਾ ਕਰੰਟ ਪ੍ਰੋਡਿਊਸ ਕਰਾਂਗੇ ਔਰ ਅਗਰ ਸਾਨੂੰ ਮੈਗਨੈਟਿਕ ਫੀਲਡ ਥੋੜਾ ਚਾਹੀਦਾ ਤੇ ਅਸੀਂ ਘੱਟ ਮੈਗਨੈਟਿਕ ਫੀਲਡ ਪੈਦਾ ਕਰ ਸਕਦੇ ਹਾਂ। ਇੱਕ ਹੋਰ ਖਾਸ ਚੀਜ਼, ਅਗਰ ਇਸੇ ਸੋਲੇਨੋਇਡ ਮਟੀਰੀਅਲ ਦੇ ਵਿੱਚ ਅਸੀਂ ਇਸੇ ਸੋਲੇਨੋਇਡ ਮਟੀਰੀਅਲ ਦੇ ਵਿੱਚ ਇਹ ਅਗਰ ਸਰਕੂਲਰ ਕੋਇਲ ਹੈ, ਅਗਰ ਇਹ ਜਿਹੜੀਆਂ ਕੋਇਲਸ ਨੇ ਸਰਕੂਲਰ ਰਿੰਗ ਦੀ ਫਾਰਮ ਦੇ ਵਿੱਚ, ਅਗਰ ਇਹ ਬਣ ਗਿਆ ਤੁਹਾਡੇ ਕੋਲ ਇੱਕ ਸੋਲੇਨੋਇਡ ਸਟਰਕਚਰ, ਠੀਕ ਹੈ। ਅਗਰ ਮੈਂ ਇਹਦੇ ਵਿੱਚ ਇੱਕ ਮਟੀਰੀਅਲ ਜੋ ਕਿ ਮੈਗਨੈਟਿਕ ਮਟੀਰੀਅਲ ਹੈ, ਠੀਕ ਹੈ, ਉਹਨੂੰ ਰੱਖ ਦੇਣਾ, ਯਾਨੀ ਕਿ ਇਸ ਸਰਕਲ ਦੇ ਵਿੱਚ ਮੈਂ ਇੱਕ सर्कुलर सिलेंडर रखता, राइट सर्कुलर सिलेंडर ऑफ सॉफ्ट आयरन। बेटा याद रखना सॉफ्ट आयरन। अगर सोलेनोइड दे विच असी सॉफ्ट आयरन रख दिंदे हां ते ए सोलेनोइड जिहड़ा वा इनू तुसी कह सकदे हो इट इज आर इलैक्ट्रोमैग्नेट। की बन गया? ए बन गया इलैक्ट्रोमैग्नेट। सो मैग्नेट विच इज फॉर्म्ड बाय इलैक्ट्रिक करंट। और ਇਹਦਾ ਬੈਨੀਫਿਟ ਕੀ ਹੋਏਗਾ? ਸੌਫਟ ਕੋਰ ਕਿਉਂ ਰੱਖਦੇ ਆ? ਸੌਫਟ ਕੋਰ ਰੱਖਣ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਜਿਹੜਾ ਤੁਹਾਡਾ ਸੌਫਟ ਆਇਰਨ, ਜੋ ਸੌਫਟ ਆਇਰਨ ਤੁਸੀਂ ਵਿੱਚ ਪਲੇਸ ਕੀਤਾ, ਉਹ ਜਿਸ ਤਰ੍ਹਾਂ ਹੀ ਤੁਸੀਂ ਇਲੈਕਟ੍ਰਿਕ ਕਰੰਟ ਪਾਸ ਕਰਵਾਓਗੇ ਵਾਇਰ ਦੇ ਵਿੱਚੋਂ ਦੀ, ਜਿਹਨੂੰ ਕਿ ਤੁਸੀਂ ਸੌਫਟ ਆਇਰਨ ਦੇ ਇਰਦ ਗਿਰਦ ਲਪੇਟਿਆ ਹੋਇਆ ਸਰਕੂਲਰ ਬਾਉਂਡ ਕੀਤਾ, ਤੇ ਕੀ ਹੋਏਗਾ? ਇਹ ਜਿਹੜਾ ਸੌਫਟ ਆਇਰਨ ਹੈ ਇਹ ਬਹੁਤ ਤੇਜ਼ੀ ਦੇ ਨਾਲ ਇਹ ਮਟੀਰੀਅਲ ਜੋ ਹੈ ਜੋ ਤੁਸੀਂ ਇਹਦੇ ਚ ਲਗਾ ਦਿੱਤਾ, ਇਹ ਬਹੁਤ ਤੇਜ਼ੀ ਨਾਲ ਮੈਗਨੇਟਾਈਜ਼ ਹੋਏਗਾ और मैग्नेटाइज होके मैग्नेटिक फील्ड बनाएगा, जिदे नाल ऑलरेडी सोलेनोइड दा मैग्नेटिक फील्ड बनया सी और होर मैग्नेटिक फील्ड इंक्रीज कर देगा, क्योंकि पहला सोलेनोइड ने मैग्नेटिक फील्ड बना रखा सी, पर जेड़ा मटीरियल तुसी सॉफ्ट आयरन यूज किया उन्हें भी खुद दा मैग्नेटिक फील्ड प्रोड्यूस किया, ते इस प्रकार दे नाल इलैक्ट्रोमैग्नेट एक स्ट्रोंग मैग्नेट की तरह बिहेव करता है और यह उन्ना मैग्नेटिक फील्ड स्ट्रोंग बनाएगा, यह उन्ना ज्यादा मैग्नेटिक फील्ड स्ट्रोंग बनाएगा जिन्ना वधिया तुसी मटीरियल ਇਹਦੇ ਚ यूज ਕੀਤਾ। एक क्वेश्चन ਇਹ ਵੀ ਆਂਦਾ कि why we use soft iron in the electromagnet। इलेक्ट्रोमैग्नेट ਚ soft iron ਦਾ ਇਸਤੇਮਾਲ ਹੀ ਕਿਉਂ ਕੀਤਾ ਜਾਂਦਾ? ਇਹਦਾ ਮੇਜਰ ਕਾਰਨ ਹੈ कि ਜਿਹੜਾ ਸੌਫਟ ਆਇਰਨ ਹੈ ਉਹਦੀ ਇੱਕ ਪ੍ਰੋਪਰਟੀ ਹੈ ਕਿ ਉਹ ਬਹੁਤ ਤੇਜ਼ੀ ਦੇ ਨਾਲ ਮੈਗਨੇਟਾਈਜ਼ਡ ਹੁੰਦਾ ਔਰ ਉਨੀ ਹੀ ਤੇਜ਼ੀ ਦੇ ਨਾਲ ਡੀਮੈਗਨੇਟਾਈਜ਼ ਹੋ ਜਾਂਦਾ। मतलब जिस तरह ही ਇਹਦੇ ਚੋਂ ਕਰੰਟ ਪਾਸ ਕਰਾਓਗੇ ਬਹੁਤ ਤੇਜ਼ੀ ਨਾਲ ਇਹ ਮਟੀਰੀਅਲ ਮੈਗਨੇਟਾਈਜ਼ਡ ਹੁੰਦਾ ਤੇ ਮੈਗਨੈਟਿਕ ਫੀਲਡ ਦੀ ਰਚਨਾ ਹੁੰਦੀ ਹੈ ਔਰ ਮੈਗਨੈਟਿਕ ਫੀਲਡ ਇੰਕਰੀਜ਼ ਕਰਦਾ, ਔਰ ਉਹਦੇ ਉਲਟ ਅਗਰ ਤੁਸੀਂ ਕਰੰਟ ਨੂੰ ਕਰ ਦਿਓਗੇ ਬੰਦ ਤੇ ਇਹ ਜਿਹੜਾ ਮੈਗਨੈਟਿਕ ਮਟੀਰੀਅਲ ਹੈ ਇਹ ਆਪਣੇ ਮੈਗਨੈਟਿਕ ਫੀਲਡ ਨੂੰ ਵੀ ਛੇਤੀ ਹੀ ਲੂਜ਼ ਕਰ ਦੇਗਾ ਤੇ पूरी तरह इलैक्ट्रोमैग्नेट ਜਿਹੜੀ ਆ ਉਹ ਆਪਣਾ ਕੰਮ ਖਤਮ ਕਰ ਦੇਗੀ और मैग्नेटिक फील्ड पूरा डिस्ट्रॉय हो जाएगा, खत्म हो जाएगा। इट मींस इलैक्ट्रोमैग्नेट एक ਇਹੋ ਜਿਹਾ ਮੈਗਨੇਟ ਹੈ ਜਿੱਥੇ ਬਹੁਤ ਵੱਡੇ ਲੈਵਲ ਦਾ ਮੈਗਨੈਟਿਕ ਫੀਲਡ ਚਾਹੀਦਾ ਹੋਏ, ਬਹੁਤ ਇਨਸਟੈਂਟ ਮੈਗਨੈਟਿਕ ਫੀਲਡ ਚਾਹੀਦਾ ਹੋਏ ਤੇ ਆਪਾਂ ਇਲੈਕਟ੍ਰੋਮੈਗਨੇਟ ਦਾ ਇਸਤੇਮਾਲ ਕਰਾਂਗੇ। ਅਗਰ ਤੁਸੀਂ ਇਹਦੀ ਬਜਾਏ ਇੱਕ ਇਹੋ ਜਿਹਾ ਮਟੀਰੀਅਲ ਯੂਜ਼ ਕਰ ਲੈਂਦੇ ਹੋ, ਫੋਰ ਐਗਜ਼ਾਮਪਲ ਹਾਰਡ ਆਇਰਨ। हार्ड आयरन यूज करन दे नाल की नुकसान होएगा? हार्ड आयरन यूज करन नाल यह नुकसान होएगा कि पहला ते बहुत तेजी दे नाल मैग्नेटिक फील्ड बना ही नहीं पाएगा, इनू टाइम लगेगा। और अगर मान लो मैग्नेटिक फील्ड बन गया, स्ट्रोंग मैग्नेट बन गई, तो थोड़ी देर बाद जदों वो यूज च नहीं है उन्होंने तुसी बंद करोगे ਤੇ ਉਸ ਵੇਲੇ ਸਾਡਾ ਜਿਹੜਾ ਮੈਗਨੈਟਿਕ ਮਟੀਰੀਅਲ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਡੀਮੈਗਨੇਟਾਈਜ਼ ਨਹੀਂ ਹੋਏਗਾ, ਯਾਨੀ ਕਿ ਮੈਗਨੈਟਿਕ ਫੀਲਡ ਇੰਨੀ ਆਸਾਨੀ ਦੇ ਨਾਲ ਲੂਜ਼ ਵੀ ਨਹੀਂ ਹੋਏਗਾ, ਨਾ ਆਸਾਨੀ ਨਾਲ ਆਏਗਾ ਮੈਗਨੈਟਿਕ ਫੀਲਡ ਔਰ ਨਾ ਹੀ ਆਸਾਨੀ ਨਾਲ ਜਾਏਗਾ। ਇਸ ਕਰਕੇ ਅਸੀਂ ਯੂਜ਼ ਕਰਦੇ ਹਾਂ ਸੌਫਟ ਆਇਰਨ। ਸੌਫਟ ਆਇਰਨ ਬਹੁਤ ਤੇਜ਼ੀ ਨਾਲ ਮੈਗਨੈਟਿਕ ਫੀਲਡ ਬਣਾਉਂਦਾ ਔਰ ਬਹੁਤ ਹੀ ਤੇਜ਼ੀ ਦੇ ਨਾਲ ਮੈਗਨੈਟਿਕ ਫੀਲਡ ਨੂੰ ਲੂਜ਼ ਕਰ ਦਿੰਦਾ, ਇਸ ਕਰਕੇ ਆਪਾਂ ਯੂਜ਼ ਕਰਦੇ ਹਾਂ ਸੌਫਟ ਆਇਰਨ। एक क्वेश्चन ਇਹ ਵੀ ਆਂਦਾ ਕਿ ਕਿਹੜੇ ਇਹੋ ਜਿਹੇ ਫੈਕਟਰ ਨੇ ਜਿਹੜੇ ਕਿ ਸੋਲੇਨੋਇਡ ਦੇ ਸਟਰੈਂਥ ਨੂੰ ਇਨਕਰੀਜ਼ ਕਰਦੇ।
ਇਹਦੇ ਤੋਂ ਪਹਿਲਾਂ ਕਿ ਮੈਂ ਫੈਕਟਰ ਦੱਸਾਂ ਮੈਂ ਥੋੜਾ ਜਿਹਾ ਡਿਫਰੈਂਸ਼ੀਏਟ ਕਰ ਦੇਣਾ ਦੋਨਾਂ ਮੈਗਨੇਟ ਦੇ ਵਿੱਚ। ਸੋ ਸੋਲੇਨੋਇਡ ਜਾਂ ਇਲੈਕਟ੍ਰੋਮੈਗਨੇਟ ਇਹੋ ਜਿਹਾ ਮੈਗਨੇਟ ਹੈ ਜਿਹਦੀ ਜ਼ਰੂਰਤ ਉੱਥੇ ਹੋਵੇਗੀ ਜਿੱਥੇ ਲਗਾਤਾਰ ਵੇਅਰਿੰਗ ਬਦਲਣ ਵਾਲਾ ਮੈਗਨੈਟਿਕ ਫੀਲਡ ਚਾਹੀਦਾ, ਜਿਹਦੇ ਵਿੱਚ ਤੁਸੀਂ ਕਰੰਟ ਵਧਾ ਦਿਓ ਮੈਗਨੈਟਿਕ ਫੀਲਡ ਵੱਧ ਜੇ, ਕਰੰਟ ਘਟਾ ਦਿਓ ਮੈਗਨੈਟਿਕ ਫੀਲਡ ਘਟ ਜੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, MRI ਸਾਡੇ ਮੈਡੀਕਲ ਟ੍ਰੀਟਮੈਂਟ ਦੇ ਦੌਰਾਨ MRI ਦਾ ਵਰਤੋਂ ਕੀਤੀ ਜਾਂਦੀ ਹੈ ਕਿਸੇ ਵੀ ਪਰਸਨਸ ਦੇ ਮਾइंड या ब्रेन ਦੀ ਸਕੈਨਿੰਗ ਵਾਸਤੇ ਜਾਂ ਉਹਦੇ ਫਿਜ਼ੀਕਲ ਬੋਡੀ ਦੀ ਕੰਪਲੀਟ ਸਕੈਨਿੰਗ ਵਾਸਤੇ। ਉਹਦੇ ਵਿੱਚ MRI ਸਿਸਟਮ ਦੇ ਵਿੱਚ ਇਲੈਕਟ੍ਰੋਮੈਗਨੈਟਿਜ਼ਮ ਦਾ ਪੂਰਾ ਕਨਸੈਪਟ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਉਹ ਇੱਕ ਵੇਰੀਏਬਲ ਮੈਗਨੈਟਿਕ ਫੀਲਡ ਹੁੰਦਾ। ਉਸ ਜਗ੍ਹਾ ਦੇ ਉੱਤੇ ਤੁਸੀਂ ਫਿਕਸਡ ਬਾਰ ਮੈਗਨੇਟ ਦਾ ਇਸਤੇਮਾਲ ਨਹੀਂ ਕਰ ਸਕਦੇ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਸ ਨੇ ਜਿਹਦੇ ਵਿੱਚ ਆਪਾਂ ਇਲੈਕਟ੍ਰੋਮੈਗਨੇਟ ਦਾ ਇਸਤੇਮਾਲ ਕਰਾਂਗੇ। ਠੀਕ ਹੈ ਨਾ, ਇੱਥੋਂ ਤੱਕ ਕਲੀਅਰ ਹੋ ਗਿਆ ਤੁਹਾਨੂੰ? ਕਲੀਅਰ ਹੈ। ਹੁਣ ਗੱਲ ਆਉਂਦੀ ਹੈ ਕਿ ਜੇ ਤੁਸੀਂ ਸੋਲੇਨੋਇਡ ਦੀ ਗੱਲ ਕਰਦੇ ਹੋ ਜਾਂ ਇਲੈਕਟ੍ਰੋਮੈਗਨੇਟ ਦੀ ਗੱਲ ਕਰਦੇ ਹੋ ਤੇ ਸਰ ਕਿਹੜੇ ਇਹੋ ਜਿਹੇ ਫੈਕਟਰ ਹੈ ਜੋ ਕਿ ਇੱਕ ਵਧੀਆ ਇਲੈਕਟ੍ਰੋਮੈਗਨੇਟ ਜਾਂ ਇੱਕ ਅੱਛਾ ਸੋਲੇਨੋਇਡ ਸਾਨੂੰ ਦੇਣਗੇ? ਦੇਖੋ ਜੀ, ਨੰਬਰ 1 ਪਹਿਲਾ ਫੈਕਟਰ ਹੈਗਾ ਕਰੰਟ। ਕਰੰਟ ਕਿੰਨਾ ਪ੍ਰੋਡਿਊਸਡ ਹੋ ਰਿਹਾ, ਜਿੰਨਾ ਜ਼ਿਆਦਾ ਸਰਕਟ 'ਚ ਯਾਨੀ ਕਿ ਉਸ ਸਰਕੂਲਰ ਵਾਉਂਡ ਦੇ ਵਿੱਚ ਕਰੰਟ ਚੱਲੇਗਾ ਉਨਾ ਮੈਗਨੈਟਿਕ ਫੀਲਡ ਜ਼ਿਆਦਾ ਪ੍ਰੋਡਿਊਸ ਹੋਏਗਾ। ਨੰਬਰ 2 टाइप ऑफ कंडक्टर, किस प्रकार का कंडक्टर यूज करते पे हो। नंबर 3 और सब तो खास वो हैगा टाइप ऑफ कोर मटीरियल, जो मटीरियल तुसी वाउंड यानी कि वायर्स दे विच वाउंड कीता वो मटीरियल किस तरह का, वो मटीरियल इस तरह का होना चाहिए जो मैं हुणे कहा कि जिहदे नाल मैग्नेटिक फील्ड बहुत तेजी नाल बने और बहुत तेजी दे नाल खत्म हो जाए। होर बहुत सारे छोटे छोटे फैक्टर्स ने जो कि इन्हां ते फर्क पांदे आ। फॉर एग्जांपल ये भी बहुत ज्यादा फर्क पांदा वो है नंबर ऑफ टर्न्स। नंबर ऑफ टर्न्स मैं तुहानूं दस्सिया ना, अगर यह वायर है जो कि एक इलैक्ट्रोमैगनेट नूं बना रही है तो इनू कितनी बार टर्न करके तुसीं इत्थे लपेटिया होया, जिन्ना ज्यादा नंबर ऑफ टर्न्स होएगा जिन्नियां ज्यादा नंबर ऑफ टर्न्स होणगियां दैट इज n दी वैल्यू उन्ना ही स्ट्रॉन्ग मैग्नेटिक फील्ड बनेगा। उस तो इलावा कुछ छोटियां छोटियां चीज़ां होर भी ने जो कि साडी इस क्लास दे विच कुछ खास रोल अदा नहीं करदियां, बट ए याद रखियो ए इंपॉर्टेंट है। ए क्वेश्चन बहुत बार आंदा कि केड़े वेरियस फैक्टर्स ने जिन्हां दे उत्ते मैग्नेटिक फील्ड स्ट्रेंथ या इलैक्ट्रोमैगनेट दी स्ट्रेंथ डिपेंड करदी है। सो मेन 4 कोर फैक्टर जिहड़े ने वो हैगा करंट दी वैल्यू स्ट्रेंथ, करंट दी मात्रा कितनी है। नंबर दूसरा वा किहड़े कंडक्टर दे विच तुसीं करंट कढदे पे हो या सोलेनोइड किस कंडक्टर दा बनिया। नंबर तीसरा हैगा कोर मटीरियल जो कि तुसीं यूज कीता वो किहड़ा है। और नंबर चौथा और सब तो ज्यादा जरूरी, मैं फिर रिपीट कर देना, मैंने लिखिया सब तो बाद चों है पर सब तो ज्यादा जरूरी है कि कितनियां नंबर ऑफ टर्न्स नाल मिलके सोलेनोइड बनिया है। सो सोलेनोइड तुहानूं दिंदा वा एक आर्टिफिशियल मैगनेट, वो मैगनेट जो कि उदों तक इलैक्ट्रिक फील्ड देगी जदों तक उहदे चों करंट प्रोड्यूस हो रहा, जद कि तुहाडा परमानेंट मैगनेट दे विच हमेशा ही फिक्स्ड रहिंदा वा मैग्नेटिक फील्ड। एक चीज होर सच मैं तुहानूं दसना भुल गया, मैं तुहानूं दस्सिया कि यह तुहाडा हैगा सोलेनोइड, अगर करंट की डायरैक्शन इस दिशा च है ना, इस दिशा ते नॉर्थ पोल ऊपर नूं आएगा और साउथ पोल इधर नूं आएगा। ठीक है, और अगर करंट की डायरैक्शन इस साइड ते है, इस साइड ते नॉर्थ पोल जिहड़ा वा वो नीचे आ जाएगा, साउथ पोल ऊपर आ जाएगा। ਇਹਦੇ ਵਾਸਤੇ ਵੈਸੇ मैं ਪਹਿਲਾਂ ਵੀ ਤੁਹਾਨੂੰ क्लोक ਤੇ एंटी क्लॉकवाइज दस चुके हैं, पर चलो एक होर तरीका दसना। जिद्दां मान लो ਇਹ सोलेनोइड है, अगर मैं इनू बोलांगा राइट हैंड ग्रिप रूल, अगर मैं इनू ਇਹ ਜਿਹੜੀਆਂ सर्कुलर रिंग्स ने अगर मैं इनू इस तरह होल्ड करा ਤੇ ਜਿਹੜੀ ਕਰਲ ਫਿੰਗਰਸ ਨੇ ਇਹ डायरेक्शन ਕਰਲ ਫਿੰਗਰ ਜਿੱਧਰ ਨੂੰ ਉਹ डायरेक्शन ਦੱਸਣ ਕਾਦੀ, करंट ਦੀ डायरेक्शन, ਕਾਦੀ डायरेक्शन करंट ਦੀ। और ਜਿਹੜਾ ਮੇਰਾ थंब होएगा, ਇਹ ਜਿਹੜਾ थंब है ਇਹ नॉर्थ पोल दसेगा। इट मींस ਇਹ डायरेक्शन होगी तो नॉर्थ पोल ऊपर आ गया। ठीक है, और अगर डायरेक्शन हुई ਇਹ वाली यानी कि ਇਹ वाली तो नॉर्थ पोल कितने आया, नीचे आ गया ना।
सिंपल है, समझना ज़्यादा औखा नहीं है। मैं रूल पहला भी दस चुकिया नॉर्थ पोल और साउथ पोल ਲਈ। इस तो प्रीवियस वीडियो ਦੇ ਵਿੱਚ ਤੁਹਾਨੂੰ ਦੱਸਿਆ ਸੀ। ਇਟ ਮੀਨਸ ਕਿ ਇੱਕ ਹੋਰ ਖਾਸ ਫੀਚਰ ਆਂਦਾ ਤੁਹਾਡੇ ਕੋਲ ਸੋਲੇਨੋਇਡ ਵਾਲੇ ਚ ਕਿ ਜਿੱਥੇ ਤੁਹਾਡੇ ਪਰਮਾਨੈਂਟ ਮੈਗਨੇਟ ਵਿੱਚ ਨਾਰਥ ਪੋਲ ਔਰ ਸਾਊਥ ਪੋਲ ਇਹਨਾਂ ਦੀ ਪੋਲ ਸਟਰੈਂਥ ਚੇਂਜ ਨਹੀਂ ਹੋ ਸਕਦੀ, ਇਹਦੇ ਨਾਲ ਦੇ ਨਾਲ ਇਹਦੇ ਪੋਲ ਹਮੇਸ਼ਾ ਫਿਕਸ ਰਹਿਣਗੇ। ਜਦ ਕਿ ਤੁਹਾਡੀ ਸੋਲੇਨੋਇਡ ਜਿਹੜੀ ਆ ਇੱਕ ਇਹੋ ਜਿਹੀ ਮੈਗਨੇਟ ਦਾ ਨਿਰਮਾਣ ਕਰਦੀ ਆ ਜਿਹਦੇ ਵਿੱਚ ਜਿਸ ਤਰ੍ਹਾਂ ਹੀ ਤੁਸੀਂ करंट की दिशा चेंज कर दोगे मैगनेट के पोल चेंज हो जाएंगे। अगर करंट इस दिशा च है तो नॉर्थ पोल उत्ते, और अगर करंट दूसरी दिशा में है तो नॉर्थ पोल नीचे हो जाएगा। यानी कि नॉर्थ पोल और साउथ पोल चेंज हो सकते हैं आर्टिफिशियल मैगनेट दे विच। मैगनेट की स्ट्रेंथ ही नहीं, मैगनेट की पोलैरिटी भी चेंज की जा सकती है। सो करो इनू नोटिफाई बेटा, बड़िया वधिया गल्लां दसियां अजे तक तुहानूं। ठीक है जी, फिर आज साडे कोल हुण तक सोलेनोइड ते इलैक्ट्रोमैगनेट की है यह आपां चंगी तरह कर लिया। इहदे विच कोई चीज छड्डी नहीं गई। क्वेश्चन जिथों मर्जी कोई भी आ जाएगा। तुहानूं क्वेश्चन आ सकदा कि इलैक्ट्रोमैगनेट दी स्ट्रेंथ नाल दसो किहड़े फैक्टर्स जुड़े ने किहड़े नहीं जुड़े। एक फैक्टर का नाम दस दो, सब तो वधिया फैक्टर का नाम दस दो। इलैक्ट्रोमैगनेट और परमानेंट मैगनेट्स की फर्क है, की डिफरेंस है, वगैरह वगैरह। अगर आप किसी चीज को एक प्रॉपर तरीके ना कंप्लीट करते हैं तो सानू ओदा फायदा की मिलता कि आप ओदे नाल जुड़े हुए सारे क्वेश्चन कंप्लीट कर लेने आ। सानू ओदे लई कोई एक्स्ट्रा मेहनत करने की जरूरत नहीं पड़ती। एक होर भी स्ट्रैटेजी जिहड़ी कि 10th क्लास के स्टूडेंट अपनाते हैं वो यह होंदी है कि वो बहुत सारे नंबर ऑफ क्वेश्चन नू याद करने की कोशिश करते हैं, और यह ज्यादातर सब तो ज्यादा जिन्होंने बोलते हैं जानलेवा, सब तो ज्यादा गड़बड़ वाली पॉलिसी है। बेटा बेसिक कॉन्सैप्ट नू थोरली पढ़ो, और टाइम बहुत पिया तुहाडे को, बड़ा सोहना टाइम है। आराम नाल किसी चीज नू पढ़ो तां जो कि ਉਹਦੇ ਨਾਲ जुड़िया हुई कोई भी चीज ते क्वेश्चन आएगा तो ਇਹਨੂੰ लिख सको। ਆਪਾਂ ਇਹ क्यों कह ਦਿੰਨੇ ਆ कि ਇਹ चीज इंपॉर्टेंट है यह चीज अनइंपॉर्टेंट नहीं है। की कारण है? इंपॉर्टेंट अनइंपॉर्टेंट कुछ नहीं होता, सिर्फ एक पॉलिसी है। अगर तुसी किसी चीज को पूरा पढ़ लिया ਉਹਦੇ ਵਿੱਚ जो मर्जी आ जाएगा ਤੁਸੀਂ कर लेना। इंपॉर्टेंट अनइंपॉर्टेंट का की फंडा हो गया। और नाले वड्डी गल है ਤੁਹਾਡੇ ਕੋਲ इस ਨੈਸ਼ਨਲ ਲੈਵਲ ਦੇ ਉੱਤੇ ਅਗਰ ਇੱਕ ਐਗਜ਼ਾਮ ਪੈਟਰਨ ਸੈੱਟ ਕੀਤਾ ਜਾਂਦਾ ਤੇ ਉਸ ਪੈਟਰਨ ਦੇ ਵਿੱਚ ਉਹਨਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟ ਜਿਹੜੇ ਨੇ ਉਹ ਪਾਸ ਵੀ ਹੋ ਜਾਣ ਤੇ ਟੌਪ ਵੀ ਨਾ ਕਰ ਸਕਣ। मतलब पेपर का सैटअप ही इस हिसाब नाल हुंदा वा कि ਉਹਦੇ ਵਿੱਚ लगभग 30 to 40% ਜਿਹੜਾ पेपर है वो एकदम सिंपल एवरेज पेपर है, कोई चिंता वाली गल नहीं। और ਉਹਦੇ ਤੋਂ ਬਾਅਦ चिंता शुरू ਹੁੰਦੀ है। पर मेरी गल याद रखियो, ਜਿਹੜੇ स्टूडेंट बिल्कुल पैटर्न ना पढ़नगे, जिन्हां ने चैप्टर शुरू किया आराम दे नाल और सारा कंप्लीट किया, मैं तुहानूं गारंटी दिंदा वां वो जिथों मर्जी पेपर आ जाए वो वधिया करनगे, और उन्होंने एक भी मार्क नहीं जाएगा। अगर तुम सोना सुनते हो, सोना लिखते हो, सोना समझते हो तो फिर किते नहीं जाते। साडा अगला टॉपिक जो शुरू हो जा रहा वो असल दे विच साडा टॉपिक होना कल दे लैक्चर च, ठीक है। पर फिर भी मैं अज उहदे ते गल कर लैना डीसी मोटर। तुहानूं याद है मैं तुहानूं एक चीज कही सी कि इस चैप्टर के दो हिस्से ने। पहला हिस्सा हैगा मैग्नेटिक इफेक्ट ऑफ इलेक्ट्रिक करंट। मैं हुणे हुणे इस चीज पे बोल के हटिया, अभी अभी मैंने यह चीज बोली है, ठीक है। और दूसरा वा इलेक्ट्रोमैग्नेटिक इंडक्शन। यानी कि पहले दे विच हैगा सी कि अगर किसी वायर दे विचों करंट निकालिया जाए तो ओदे इर्द गिर्द मैग्नेटिक फील्ड प्रोड्यूस्ड हो जाता, जो कि चैप्टर की शुरुआत सी पहले दिन में यही पढ़िया ही, सब तो पहला लैक्चर ही इस चीज बारे ही। ਉਹਦੇ ਤੋਂ ਬਾਅਦ ਆ ਜਾਂਦੀ ਹੈ ਤੁਹਾਡੇ ਕੋਲ ਗੱਲ इलैक्ट्रोमैग्नेटिक इंडक्शन की, जो कि लास्ट टाइम ਆਪਾਂ ਕੀਤਾ ਉਹਦੇ ਵਿੱਚ ਇਹ ਗੱਲ ਕੀਤੀ कि अगर किसी भी कोयल ਦੇ ਨੇੜੇ ਕਿਸੇ मैगनेट ਨੂੰ अगर ਅਸੀਂ मूव करवाइए या मैगनेट ਦੇ ਨੇੜੇ कोयल ਨੂੰ मूव करवाइए या फिर दोनों ਨੂੰ ही मूव करवाइए ਤਾਂ उस कोयल ਦੇ ਵਿੱਚ करंट प्रोड्यूस होएगा। मैग्नेटिक फील्ड या मैगनेट ਦੇ मोशन नाल
ਤੁਹਾਡਾ ਕੋਇਲ ਦੇ ਵਿੱਚ ਕਰੰਟ ਪ੍ਰੋਡਿਊਸਡ ਹੋ ਜਾਏਗਾ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਹੁਣ ਤੁਹਾਡੇ ਇਸ ਚੈਪਟਰ ਦੇ ਵਿੱਚ ਇਹ ਦੋਨਾਂ ਚੀਜ਼ਾਂ ਦੀ ਐਪਲੀਕੇਸ਼ਨ ਹੈ ਕਿ ਐਪਲੀਕੇਸ਼ਨ ਕਿੱਥੇ ਕਿੱਥੇ ਯੂਜ਼ ਹੋ ਰਿਹਾ। ਤੁਹਾਡੀ ਜਿਹੜੀ ਡੀਸੀ ਮੋਟਰ ਹੈ, ਡੀਸੀ ਮੋਟਰ ਉਹ ਤੁਹਾਡੀ ਇਸੇ ਬੇਸ ਦੇ ਉੱਤੇ ਆ, ਮੈਗਨੈਟਿਕ ਫੀਲਡ ਇਫੈਕਟ ਤੇ ਔਰ ਜਿਹੜਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੈ ਉਹ ਤੁਹਾਡਾ ਕੀ ਪ੍ਰੋਡਿਊਸ ਕਰੇਗਾ, ਜਨਰੇਟਰ ਪ੍ਰੋਡਿਊਸ ਕਰੇਗਾ। ਉਹ ਬਾਅਦ ਵਿੱਚ ਦੇਖਾਂਗੇ ਕਿ ਜਨਰੇਟਰ ਕਿਸ ਪ੍ਰਕਾਰ ਦਾ ਕਰੰਟ ਦੇ ਰਿਹਾ, ਏਸੀ ਜਾਂ ਡੀਸੀ। ਔਰ ਸਾਫ਼ ਦਿਖਾਈ ਵੀ ਦੇ ਰਿਹਾ ਤੁਹਾਡਾ ਇੱਥੇ ਕਰੰਟ ਪ੍ਰੋਡਿਊਸ ਹੋ ਰਿਹਾ, ਜਨਰੇਟਰ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਦਾ ਵਾ। याद रखियो मोटर हमेशा किसी चीज का यूज करती है। जिस वेले तुसी इलैक्ट्रिक एनर्जी का यूज करके मकैनिकल एनर्जी दे विच यूज करे करते हो, मकैनिकल एनर्जी विच ओदा यूज करते हो, तां असी मोटर की गल करते हैं। मोटर ऑलवेज मोटर नूं कुछ देना पैंदा, एनर्जी देनी पैंदी है तां मोटर चलती है। और ਇਹ ਜਿਹੜੀ ਡੀਸੀ ਮੋਟਰ ਹੈ ਇਹ ਸਾਡੇ ਹਰ ਇੱਕ ਜਗ੍ਹਾ ਦੇ ਉੱਤੇ ਪ੍ਰੋਡਕਸ਼ਨ ਆ, ਸਾਡੇ ਫੈਨ 'ਚ ਚੱਲਣ ਦੀ ਆ, ਸਾਡੇ ਘਰਾਂ ਦੇ ਵਿੱਚ ਲੱਗੇ ਹੋਏ ਸਮਰਸੀਬਲ ਪੰਪ, ਟੁੱਲੂ ਪੰਪ ਦੇ ਵਿੱਚ ਚੱਲਦੀ ਪਈ ਆ, ਸਾਡੇ ਉਹਦੇ ਤੇ ਚੱਲਦੀ ਆ, ਕਿਆ ਉਹਨੂੰ ਬੋਲਦੇ ਆ, ਕੂਲਰ 'ਚ ਚੱਲਦੀ ਪਈ ਆ, ਬਹੁਤ ਸਾਰੀ ਜਗ੍ਹਾ ਦੇ ਉੱਤੇ ਆ। ਕਿਉਂਕਿ ਮੋਟਰ ਦਾ ਕਨਸੈਪਟ ਜਿਹੜਾ ਬਹੁਤ ਵਾਈਡ ਹੈ ਔਰ ਮੋਟਰ ਜਿਹੜਾ ਵਾ ਮਕੈਨੀਕਲ એનર્ਜੀ ਯੂਜ਼ ਕਰਦੀ ਆ। ਇਲੈਕਟ੍ਰੀਕਲ એનર્ਜੀ ਤੋਂ ਮਕੈਨੀਕਲ એનર્ਜੀ ਦਾ ਪ੍ਰਸਾਰ ਹੋਣਾ, ਇਹਨੂੰ ਆਪਾਂ ਬਹੁਤ ਡੀਪਲੀ ਪੜ੍ਹਨਾ। पर मैं तुहानू यह दसना चाहता सी कि मैग्नैटिक इफेक्ट ऑफ इलैक्ट्रिक करंट। हुण साडा एप्लीकेशन वाला पार्ट शुरू हो गया, लास्ट हिस्सा वा यूनिट दा, जिहदे विच डीसी मोटर नूं आपां बड़ा वधिया तरीके नाल समझांगे। और पूरा मेरी कोशिश रहेगी कि मैं तुहानू कल्ली कल्ली चीज़ समझा सकां और यह पक्का आने वाला जिहड़ा पेपर दा हिस्सा वा वो तुहानू बिल्कुल ईजी बना दे। ठीक है, दूसरे पासे आती गल जनरेटर दी। जनरेटर ਜਿਹੜਾ ਵਾ ਉਹ ਇੱਕ ਇਦਾਂ ਦਾ ਮਟੀਰੀਅਲ ਹੈ ਜਿਹਦੇ ਵਿੱਚ ਬਿਲਕੁਲ ਉਹਦੇ ਉਲਟ ਹੋ ਰਿਹਾ। ਉਲਟ ਕੀ ਆ, ਮਕੈਨੀਕਲ એનર્ਜੀ ਨੂੰ ਤੁਸੀਂ ਇਲੈਕਟ੍ਰੀਕਲ એનર્ਜੀ ਦੇ ਵਿੱਚ ਯੂਜ਼ ਕਰਨਾ। ਔਰ ਮਕੈਨੀਕਲ એનર્ਜੀ ਪ੍ਰੋਡਿਊਸ ਕਿੱਥੋਂ ਹੋਣੀ ਆ, ਮੈਗਨੈਟਿਕ ਫੀਲਡ। मैग्नैटिक फील्ड तो इलैक्ट्रिकल करंट पैदा होना और इलैक्ट्रिक करंट तो मैग्नैटिक फील्ड कह लो या मैकेनिकल एनर्जी प्रोड्यूस होनी। दोनों कॉन्सैप्ट पैरेलल चलाए जा सकते हैं, पर मैं पहला तुहानू डीसी मोटर करावांगा क्योंकि यह एक बहुत बड़ी एप्लीकेशन है साडे अज के टाइम के उत्ते। कोई भी इहो जी चीज़ नहीं होनी जिन्हां दे विच आपां दा यूज़ नहीं करते। बहुत सारे इलैक्ट्रिकल एप्लायंसेस ने जिहड़े कि इलैक्ट्रिकल मोटर यूज़ करते हैं। और साडे घरां दे विच लाइट जाण तो बाद जिहड़ी इलैक्ट्रिसिटी दी खपत वास्ते वड्डे वड्डे ऑफिसेस दी गल कर लईए ते उत्थे जनरेटर दा की फंडामेंटल ट्रूथ है, किस तरह उहनूं आपां यूज़ कर सकते हैं, इहदी गल होएगी। ठीक है जी, अज लई इन्ना बहुत है। अज असीं आपां बहुत ही ज़्यादा सिंपल जी चीज़ पढ़ी है, कोई ज़्यादा डीप नहीं गए, पर फिर भी जो तुसीं पढ़िया तुहानूं समझ आना चाहिए। बहुत ज़्यादा करके कोई फर्क नहीं पैंदा। अगर तुहानूं थोड़ी चीज़ समझ आती है, थोड़े टाइम लिए आती है, तुसीं थोड़ा टाइम दे रहे हो तो वही सफिशेंट है। यह जरूरी नहीं है कि तुसीं बहुत वड्डे समय लगाओ और इस चीज़ नूं पढ़ते ही रहो। मैं तो इस बिहेवियर नाल मतलब एग्री नहीं करता। सारे अलग अलग थ्योरी रखते हैं भी इन्नी आर पढ़ो, इन्ने देर पढ़ते रहो ना। मैं बिल्कुल सच्ची बोलदा है, मैं बोलदा अपने मन भांदा पढ़ो, मन भांदा खाओ, मन भांदा पहनो। पर साडी जिहड़ी स्टूडेंट जनरेशन आ वो लास्ट वाली दोनों ही गल्लां करदी आ, पर मन भाउंदा पढ़ना थोड़ा मुश्किल हो जाता। यानी कि तुहानूं स्टडी भी जरूर करनी चाहिए और अपनी मर्जी नाल करनी चाहिए। क्योंकि अगर तुसीं अपनी मर्जी नाल स्टडी करोगे ना तो तुहाडे द्वारा जो भी चीज़ बनाई जाएगी, जो भी चीज़ पढ़ी जाएगी वो सिर्फ तुहाडी होएगी। तुहाडे पढ़न दा अलग अलग तरीका। मैं बड़ी बार यह चीज़ कही आ कि हर एक स्टूडेंट का अपना अपना नेचर हुंदा। कुछ स्टूडेंट जिहड़े आ वो अकाउंटेबिलिटी उंगलां दे उत्ते करदे ने, कुछ माइंड दे उत्ते सोच लैंदे आ, कुछ कईयां नूं कॉपी पैन की जरूरत पैंदी है। पर तिन्नां दे स्टूडेंट दे इह जिहड़ा तरीका वा तिन्ने ही वैलिड ने, तिन्ने गलत नहीं आ। तिन्नां ने एंड च सक्सैस ही लैना, तिन्नां नूं रिजल्ट चाहीदा। चाहे वो उंगलां ते गिन लैण, चाहे वो हत्थ नाल कैलकुलेशन कर लैण, चाहे फास्ट माइंड विच स्किप लिख लैण। पर मैं उस स्टूडेंट की बहुत इज्जत करता जिहड़े स्टूडेंट रूटीन वाइज किसी ना किसी पढ़ाई दे विच जुड़े रहिंदे आ। मैं फिर रिपीट करदा,
ਰੂਟੀਨ ਜ਼ਰੂਰ ਰੱਖਿਓ। ਅਗਰ ਤੁਸੀਂ ਰੂਟੀਨ ਦੇ ਨਾਲ ਚੱਲਦੇ ਹੋ ਤੇ ਰੂਟੀਨ ਦੇ ਨਾਲ ਹਰੇਕ ਚੀਜ਼ ਪਾਈ ਜਾ ਸਕਦੀ ਹੈ। ਤੁਹਾਡੇ ਸੁਪਨੇ ਜੋ ਵੀ ਹੋਣਗੇ ਸਿਰਫ ਤੁਹਾਡੀ ਮਿਹਨਤ ਤੇ ਡਿਪੈਂਡ ਕਰਦੇ ਆ, ਔਰ ਉਹ ਸੁਪਨਿਆਂ ਨੂੰ ਪਾਉਣ ਵਾਸਤੇ ਤੁਹਾਨੂੰ ਸਿਟਿੰਗ ਦੇਣੀ ਪੈਣੀ ਆ, ਔਰ ਤੁਹਾਨੂੰ ਇੱਕ ਯਾਤਰਾ ਤੈਅ ਕਰਨੀ ਪੈਣੀ ਹੈ। ਉਹ ਯਾਤਰਾ ਤੋਂ ਕਦੀ ਫੈਡ ਅਪ ਨਾ ਹੋਇਓ, ਕਿਉਂਕਿ ਜਿੰਨੇ ਵੀ ਵੱਡੇ ਇਨਸਾਨ ਬਣੇ ਆ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਯਾਤਰਾ ਕੀਤੀ ਆ। ਕਦੀ ਵੀ ਕਿਸੇ ਦਾ ਸ਼ਾਰਟਕਟ ਨਹੀਂ ਬਣਿਆ। ਅਗਰ ਕੋਈ ਲਾਈਫ ਦੇ ਵਿੱਚ ਸ਼ਾਰਟਕਟ ਹੈ ਤੇ ਉਹ ਸਿਰਫ ਹੈਗਾ ਤੁਹਾਡੇ ਨੁਕਸਾਨ ਦਾ। ਫਾਇਦਾ ਦਾ ਸ਼ਾਰਟਕਟ ਬਹੁਤ ਲੰਬਾ ਹੁੰਦਾ। ਫਾਇਦਾ ਲੈਣਾ ਚਾਹੁੰਦੇ ਹੋ ਤੇ ਲੰਬੀ ਮਿਹਨਤ ਕਰੋ। ਆਪਣਾ, ਆਪਣੇ ਨਾਲ ਦੇ ਸਰਕਲ ਦਾ ਇੱਕ ਇਹੋ ਜਿਹਾ ਮਾਹੌਲ ਬਣਾ ਕੇ ਰੱਖੋ ਕਿ ਇੱਕ ਨਵੀਂ ਜਨਰੇਸ਼ਨ ਜੋ ਆ ਰਹੀ ਆ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਵੱਲੋਂ ਪੋਜ਼ਿਟਿਵ એનર્ਜੀ ਮਿਲੇ। ਓਕੇ ਬੇਟਾ ਜੀ, ਇੱਥੋਂ ਤੱਕ ਹੀ ਅੱਜ ਦਾ ਰੱਖਦੇ ਹਾਂ ਲੈਕਚਰ। ਕਲਾਸ 10th ਦੇ ਬਹੁਤ ਸੋਹਣੇ ਲੈਕਚਰ ਲੱਗਣ ਡੇ ਆ। ਅਗਰ ਤੁਹਾਨੂੰ ਇਹ ਵਧੀਆ ਲੱਗਦੇ ਪਏ ਆ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰੋ, ਔਰ ਕੋਸ਼ਿਸ਼ ਕਰੋ ਪੁੱਤਰ ਦੱਬ ਕੇ ਮਿਹਨਤ ਕਰੋ, ਕਿਉਂਕਿ ਆਉਣ ਵਾਲਾ ਟਾਈਮ ਤੁਹਾਡਾ ਵਾ, ਉਹ ਮੈਨੂੰ ਤੁਹਾਡੇ ਤੋਂ ਬਹੁਤ ਆਸ ਹੈ। ਓਕੇ ਬੇਟਾ, ਹੈਵ ਅ ਨਾਈਸ ਡੇ।